ਜਿੰਨਾ ਚਿੱਟਾ ਆਉਂਦਾ ਗਾ ਦਿੱਲੀ ਤੋਂ ਬਣ ਕੇ ਆਉਂਦਾ ਚਿੱਟਾ ਬਾਇਆ ਹਰਿਆਣਾ ਇਹ ਸੰਗਤ ਆ ਜਾਂਦਾ ਗਾ। ਸਾਡੇ ਹਲਕੇ ਦੇ ਸੈਂਕੜੇ ਮੁੰਡੇ ਦੀ ਪਹਿਲਾਂ ਮੌਤ ਹੋ ਚੁੱਕੀ ਆ ਔਰ ਆਪਣੇ ਮਨਪ੍ਰੀਤ ਬਾਦਲ ਉਹ ਐਸਐਚਓ ਤੋਂ ਮਹੀਨਾ ਲੈਂਦਾ ਗਾ ਔਰ ਸਾਰਾ ਨਸ਼ਾ ਬਕਾਉਂਦਾ ਨਸ਼ਾ ਦੱਡ ਲੈਂਦਾ ਗਾ ਮਹੀਨਾ। ਔਰ ਇਸੇ ਤਰ੍ਹਾਂ ਹੀ ਜਿਹੜੀ ਭੁੱਕੀ ਤੇ ਫੀਮ ਆ ਗਈ ਇਹ ਸਾਰੀ ਰਾਜਸਥਾਨ ਏਰੀਏ ਤੋਂ ਇੱਧਰੋਂ ਆ ਰਹੀ ਆ ਔਰ ਇਹ ਵੀ ਸਾਰੀ ਬਾਇਆ ਸੰਗਤ ਆਉਂਦੀ ਹੈ ਪੰਜਾਬ ਦੇ ਵਿੱਚ। ਇਹਨੂੰ ਡਿਸਮਿਸ ਕਰਕੇ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ। ਕਾਰਨ ਕੀ ਕਿਉਂ? ਕਾਰਨ ਇਹ ਆ ਵੀ ਇੱਥੇ ਜਿਹੜਾ ਇਹ ਐਸਐਚਓ ਹੈ ਇਹ ਨਸ਼ੇ ਦਾ ਧੰਦਾ ਕਰ ਰਿਹਾ ਗਾ, ਨਸ਼ੇ ਵਿਕਾ ਰਿਹਾ। ਸਾਰੇ ਪੰਜਾਬ ਦੇ ਵਿੱਚ ਨਸ਼ੇ ਇੱਥੋਂ ਸੰਗਤ ਤੋਂ ਜਾਂਦੀ ਹੈ। ਮਨਪ੍ਰੀਤ ਬਾਦਲ ਇਹਦਾ ਮੁੰਡਾ ਹੋ ਗਿਆ, ਇਹਦਾ ਸਾਲਾ ਹੋ ਗਿਆ। ਇਹ ਸਾਡੇ ਏਮਸ ਦੇ ਇੱਥੇ ਬਣਿਆ ਗਾ, ਨਵਾਂ ਬਣਿਆ, ਮੇਰੇ ਹਲਕੇ 'ਚ ਪੈਂਦਾ ਇਹ। ਲਗਭਗ 1000 ਕਰੋੜ ਦੀ ਲਾਗਤ ਨਾਲ ਬਣਿਆ ਗਾ। ਰੇਤਾ ਬਜਰੀ ਸਪਲਾਈ ਸਾਰਾ ਇਹਨਾਂ ਨੇ ਉੱਥੇ ਆਪਣੇ ਕੀਤਾ ਗਾ ਜੀ। ਮੈਂ ਐਸਐਸਪੀ ਸਾਹਿਬ ਨੂੰ ਬਹੁਤ ਵਾਰੀ ਦੱਸਿਆ ਗਾ, ਐਸਐਸਪੀ ਵੀ ਨਾਲ ਰਲੇ ਇਹਨਾਂ ਦੇ। ਬਠਿੰਡੇ ਦੇ ਐਸਐਸਪੀ ਨੂੰ ਡਿਸਮਿਸ ਕਰੋ, ਨਾਲ ਜਿਹੜਾ ਐਸਐਚਓ ਉਹਨੂੰ ਡਿਸਮਿਸ ਕਰੋ। ਇਹਨਾਂ ਨੂੰ ਲੰਮੇ ਪਾ ਲਓ, ਸਾਰਾ ਦੱਸ ਦੇਣਗੇ ਇਹ ਕੀ ਕੁਝ ਜਾਂਦਾ ਇੱਥੇ। ਤਾਂ ਬਠਿੰਡੇ ਸ਼ਹਿਰ ਦੇ ਵਿੱਚ ਨੇ ਹੁੱਕਾ ਬਾਰ ਚਲਾ ਰੱਖੇ ਆ, ਮਸਾਜ ਸੈਂਟਰ ਚਲਾ ਰੱਖੇ ਹੈਗੇ। ਮੈਂ ਸ਼ਹਿਰ ਵਾਲਿਆਂ ਨੂੰ ਕਿਸੇ ਦਿਨ ਲੈ ਕੇ ਨਾ 150 ਬੰਦੇ ਨੂੰ ਬਠਿੰਡੇ ਸ਼ਹਿਰ ਬਾਰੇ ਵੀ ਦੱਸਾਂਗੇ। ਮੈਨੂੰ ਲੱਗਦਾ ਵੀ ਇਹਨਾਂ ਦਾ ਗਦਾਫੀ ਵਾਲਾ ਹਾਲ ਕਰੂਗਾ। ਲੋਕ ਕੁੱਟ ਕੇ ਮਾਰ ਦੇਣਗੇ। ਆ 2 ਮਹੀਨੇ ਸਰਕਾਰ ਦੇ ਦਿੰਦੇ ਆ ਲੋਕ। ਤਾਂ ਇਹਨੇ ਆਪਦੇ ਬਾਦਲ ਪਿੰਡ ਜਿੰਨੇ ਨੌਕਰ ਰੱਖੇ ਵੇ ਇਹਦੇ ਸਾਰੇ ਨੌਕਰਾਂ ਦੀ ਤਨਖਾਹ ਸਰਕਾਰੀ ਖਜ਼ਾਨੇ 'ਚ ਜਾਂਦੀ ਹੈ। ਤਨਖਾਹ ਨਹੀਂ ਦਿੰਦਾ ਉਹਨਾਂ ਨੂੰ। ਇੱਕ ਕੇਲਿਆਂ ਦੀ ਰੇਹੜੀ ਵਾਲਾ ਬੰਦਾ ਨਾ ਉਹਨੂੰ ਪਤਾ ਵੀ ਮੈਂ ਘਰ ਕਿਵੇਂ ਚਲਾਉਣਾਗਾ। ਇੱਕ ਕੇਲਿਆਂ ਦੀ ਰੇਹੜੀ ਵਾਲਾ ਇਦੋਂ ਵਧੀਆ ਖਜ਼ਾਨਾ ਚਲਾਊਗਾ। ਇਹੋ ਜਿਹੇ ਬੰਦੇ ਨੂੰ ਚੱਕ ਕੇ ਖਜ਼ਾਨੇ ਤੋਂ ਬਾਹਰ ਮਾਰਨਾ ਚਾਹੀਦਾ ਗਾ। ਆ ਇਹਦਾ ਸਾਲਾ, ਮੈਂ ਉਹਦਾ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਸੀ, ਲਟੇਰਾ ਬੰਦਾ ਉਹ। ਇੱਕ ਜੋਜੋ ਆ, ਚਲੋ ਮੈਂ ਨਾਂ ਲੈ ਦਿੰਦਾ ਉਹਦਾ, ਪਰ ਮੈਂ ਉਹਦਾ ਇਹੋ ਜਿਹੇ ਕਮੀਨੇ ਬੰਦੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਮਨਪ੍ਰੀਤ ਦੀ ਗੱਡੀ ਚਲਾਉਂਦਾ ਕਵਾਲ ਆ ਉਹ। ਕਵਾਲ ਕੀ ਹੈਗਾ? ਅੱਛਾ, ਉਹ ਪੰਜਾਬ ਪੁਲਿਸ ਦਾ ਬੰਦਾ ਗਾ। ਲੋਕਾਂ ਨੂੰ ਸ਼ੋਅ ਕਰੂ ਮੇਰੇ ਨਾਲ ਤਾਂ ਮੈਂ ਤਾਂ ਜੀ ਕੋਈ ਨਹੀਂ। ਮੈਂ ਤਾਂ ਦੇਖੋ ਸਿਵਲ ਕੱਪੜੇ 'ਚ, ਮੈਂ ਤਾਂ ਇਕੱਲਾ ਗੱਡੀ ਚਲਾਉਣਾ। ਜਿੰਨਾ ਛੇਤੀ ਇਹਨੂੰ ਖਜ਼ਾਨਾ ਮੰਤਰੀ ਤੋਂ ਲਾਹ ਦੇਣਗੇ, ਕਾਂਗਰਸ 'ਚੋਂ ਕੱਢ ਦੇਣਗੇ, ਕਾਂਗਰਸ ਦਾ ਭਲਾ ਹੋ ਜਾਊਗਾ। ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਅਮਿਤ ਸ਼ਰਮਾ। ਬਠਿੰਡਾ ਦੀ ਗੱਲ ਕਰੀਏ ਤਾਂ ਬਠਿੰਡਾ ਵਿੱਚ ਮਨਪ੍ਰੀਤ ਬਾਦਲ ਦੇ ਖਿਲਾਫ ਜਿਹੜੀ ਹੈ ਲਗਾਤਾਰ ਆਵਾਜ਼ ਚੁੱਕਣ ਵਾਲੇ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਇੱਕ ਵਾਰੀ ਫੇਰ ਆਵਾਜ਼ ਚੁੱਕੀ ਹੈ ਉੱਥੋਂ ਦੇ ਇੱਕ ਸੰਗਤ ਦੇ ਐਸਐਚਓ ਦੇ ਖਿਲਾਫ ਤੇ ਇੱਕ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖਿਆ, ਰਾਜਾ ਵੜਿੰਗ ਨੂੰ ਪੱਤਰ ਲਿਖਿਆ। ਇਹ ਮਾਮਲਾ ਕੀ ਹੈਗਾ ਤੁਹਾਨੂੰ ਦੱਸ ਦਈਏ। ਪਿਛਲੇ ਦਿਨਾਂ ਦੇ ਵਿੱਚ ਚੰਡੀਗੜ੍ਹ ਵਿੱਚ ਮਨਪ੍ਰੀਤ ਬਾਦਲ ਦੇ ਖਿਲਾਫ ਪ੍ਰੋਟੈਸਟ ਵੀ ਕੀਤਾ ਗਿਆ ਸੀਗਾ। ਸਰਪੰਚਾਂ ਨੂੰ ਨਾਲ ਲੈ ਕੇ ਗਏ ਸੀ ਤੇ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਸਾਡੇ ਨਾਲ ਨੇ। ਹਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਤੇ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਹਰਵਿੰਦਰ ਜੀ, ਇਹ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕੀਤਾ ਚੰਡੀਗੜ੍ਹ ਜਾ ਕੇ ਵੀ ਮਨਪ੍ਰੀਤ ਬਾਦਲ ਤੁਹਾਡੇ ਹਲਕੇ ਦੇ ਵਿੱਚ ਇੰਟਰਫੇਰੈਂਸ ਕਰਦੇ ਆ, ਤੇ ਹੁਣ ਲੇਟੈਸਟ ਕੀ ਮਾਮਲਾ ਹੋਇਆ ਹੁਣ ਜਿਹੜਾ ਤੁਸੀਂ ਇੱਕ ਐਸਐਚਓ ਤੇ ਆਰੋਪ ਲਾ ਰਹੇ ਹੋ? ਕੀ ਮਾਮਲਾ ਕੀ ਸਾਰਾ ਹੈ? ਮਨਪ੍ਰੀਤ ਬਾਦਲ ਤੇ ਇਹਦੇ ਬੇਟੇ ਦਾ ਜੀ, ਇਹਦੇ ਮੇਰੇ ਹਲਕੇ 'ਚ ਬਹੁਤ ਜ਼ਿਆਦਾ ਦਖਲਅੰਦਾਜ਼ੀ ਆ, ਕਿਉਂਕਿ ਮੇਰੇ ਹਲਕੇ 'ਚ ਬਹੁਤ ਵੱਡੀ ਇੰਡਸਟਰੀ ਆ ਔਰ ਸਾਰੀ ਇੰਡਸਟਰੀ ਤੋਂ ਇਹ ਆਪਣਾ ਕਮਿਸ਼ਨ ਲੈਂਦੇ ਆ ਔਰ ਸਾਰਾ ਕਾਰੋਬਾਰ ਇਹਨਾਂ ਨੇ ਮੇਰੇ ਹਲਕੇ ਦਾ ਵੀ ਸੰਭਾਲ ਰੱਖਿਆ ਗਾ। ਹੁਣ ਜਿਹੜੀ ਅਸੀਂ ਵੱਡੀ ਗੱਲ ਆ ਕਿ ਜਿਹੜਾ ਹੈਗਾ ਅਸੀਂ ਹੁਣ ਤੱਕ ਸਾਰਾ ਕੁਛ ਇਹਦਾ ਜਰੀ ਜਾਂਦੇ ਸੀ, ਪਰ ਹੁਣ ਜਿਹੜਾ ਨਸ਼ਾ ਵਿਕਾ ਰਹੇ ਆ, ਨਸ਼ਾ ਕਰ ਰਹੇ ਆ ਸਾਡੇ ਸਰਪੰਚਾਂ ਨੇ, ਸਾਡੇ ਲਗਭਗ 20 ਸਰਪੰਚਾਂ ਨੇ ਸੰਗਤ ਬਲਾਕ ਦੇ ਨੇ ਮੈਨੂੰ ਇੱਕ ਚਿੱਠੀ ਲਿਖ ਕੇ ਦਿੱਤੀ ਆ। ਚਿੱਠੀ ਲਿਖੀ ਆ ਲਗਭਗ 20 ਸਰਪੰਚਾਂ ਨੇ, ਉਹਨਾਂ ਦੇ ਸਾਰਿਆਂ ਦੇ ਸਾਈਨ ਆ। ਮੈਂ ਫਿਰ ਇੱਕ ਚਿੱਠੀ ਉੱਤੇ ਲਿਖ ਕੇ ਆਪਦੀ ਲੈਟਰ ਪੈਡ ਲਾ ਕੇ ਇਹ ਮੈਂ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਆ ਔਰ ਨਵਜੋਤ ਸਿੰਘ ਸਿੱਧੂ ਜੀ ਨੂੰ ਭੇਜੀ ਆ, ਸਾਡੇ ਪੰਜਾਬ ਦੇ ਪ੍ਰਧਾਨ ਆ ਉਹ ਪੀਸੀਸੀ ਦੇ। ਔਰ ਇੱਕ ਮੈਂ ਜਿਹੜੀ ਚਿੱਠੀ ਰਾਜਾ ਵੜਿੰਗ ਜੀ ਨੂੰ ਭੇਜੀ ਆ, ਕਿਉਂਕਿ ਉਹ ਸਾਡੇ 2019 ਦੇ ਵਿੱਚ ਇੱਥੋਂ ਲੋਕ ਸਭਾ ਦੀ ਚੋਣ ਲੜੇ ਸੀਗੇ। ਔਰ ਇੱਕ ਚਿੱਠੀ ਡੀਜੀਪੀ ਸਾਹਿਬ ਨੂੰ ਭੇਜੀ ਆ, ਇੱਕ ਐਸਟੀਐਫ ਦੇ ਜਿਹੜੇ ਮੁਖੀ ਆਪਣੇ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੂੰ ਭੇਜੀ ਆ। ਤੇ ਕੱਲ ਮੈਂ ਰਾਤ ਇੱਕ ਚਿੱਠੀ ਇਹੀ ਲਿਖ ਕੇ ਮੈਨੂੰ ਐਸਐਸਪੀ ਸਾਹਿਬ ਨੇ ਮੰਗੀ ਸੀ, ਉਹਨਾਂ ਨੂੰ ਵੀ ਮੈਂ ਭੇਜਤੀ ਸੀਗੀ। ਔਰ ਮੇਰੇ ਹਲਕੇ ਦੇ ਵਿੱਚ ਜਿਹੜਾ ਨਸ਼ਾ ਹੈਗਾ, ਮੇਰਾ ਜਿਹੜਾ ਹਲਕਾ ਗਾ, ਜਿਹੜਾ ਬਲਾਕ ਸੰਗਤ ਹੈਗਾ, ਇਹ ਬਿਲਕੁਲ ਬਾਰਡਰ 'ਤੇ ਲੱਗ ਜਾਂਦਾ, ਹਰਿਆਣੇ ਦੇ ਬਾਰਡਰ 'ਤੇ। ਔਰ ਜਿੰਨਾ ਚਿੱਟਾ ਆਉਂਦਾ ਗਾ ਦਿੱਲੀ ਤੋਂ ਬਣ ਕੇ ਆਉਂਦਾ ਚਿੱਟਾ ਬਾਇਆ ਹਰਿਆਣਾ ਇਹ ਸੰਗਤ ਆ ਜਾਂਦਾ ਗਾ। ਔਰ ਸੰਗਤ ਔਰ ਇਸੇ ਤਰ੍ਹਾਂ ਜਿਹੜੀ ਭੁੱਕੀ ਤੇ ਫੀਮ ਆ ਗਈ ਇਹ ਸਾਰੀ ਰਾਜਸਥਾਨ ਏਰੀਏ ਤੋਂ ਇੱਧਰੋਂ ਆ ਰਹੀ ਆ ਔਰ ਇਹ ਵੀ ਸਾਰੀ ਬਾਇਆ ਸੰਗਤ ਆਉਂਦੀ ਹੈ ਪੰਜਾਬ ਦੇ ਵਿੱਚ। ਔਰ ਇੱਥੋਂ ਇਹ ਸਾਰੀ ਜਿਹੜਾ ਆਪਣੇ ਥਾਣਾ ਗਾ ਸੰਗਤ ਵਾਲਾ ਉੱਥੇ ਪਹੁੰਚ ਜਾਂਦੀ ਆ, ਉੱਥੋਂ ਕਹਾਂ ਅੱਗੇ ਫਿਰ ਸਪਲਾਈ ਹੁੰਦੀ ਆ। ਮੈਨੂੰ ਜਿਹੜੇ ਸਰਪੰਚਾਂ ਨੇ ਲਿਖ ਕੇ, ਕਿਉਂਕਿ ਸਰਪੰਚ ਪਿੰਡਾਂ 'ਚ ਬੈਠੇ ਆ, ਉਹ ਗ੍ਰਾਸ ਰੂਟ ਦੇ ਉੱਤੇ ਬੈਠੇ ਆ ਔਰ ਉਹ ਦੇਖਦੇ ਆ, ਉਹਨਾਂ ਤੋਂ ਪਿੰਡਾਂ ਦੇ ਮੁੰਡੇ ਮਰਦੇ ਦੇਖੇ ਨਹੀਂ ਜਾਂਦੇਗੇ। ਲਗਭਗ ਸਾਡੇ ਹਲਕੇ ਦੇ ਸੈਂਕੜੇ ਮੁੰਡੇ ਦੀ ਪਹਿਲਾਂ ਮੌਤ ਹੋ ਚੁੱਕੀ ਆ ਔਰ ਆਪਣੇ ਮਨਪ੍ਰੀਤ ਬਾਦਲ ਉਹ ਐਸਐਚਓ ਤੋਂ ਮਹੀਨਾ ਲੈਂਦਾ ਗਾ ਔਰ ਸਾਰਾ ਨਸ਼ਾ ਬਕਾਉਂਦਾ ਨਸ਼ਾ ਦੱਡ ਲੈਂਦਾ ਗਾ ਮਹੀਨਾ। ਉਹਦਾ ਨਾਮ ਕੀ ਐਸਐਚਓ ਦਾ ਤੇ ਚਿੱਠੀ 'ਚ ਲਿਖਿਆ ਕੀ ਇਹਦੇ 'ਚ?
ਚਿੱਠੀ ਦੇ ਵਿੱਚ ਸਰਪੰਚਾਂ ਨੇ ਜਿਹੜੀ ਮੈਨੂੰ ਲਿਖ ਕੇ ਦਿੱਤੀ ਹੈ, ਉਹਦਾ ਐਸਐਚਓ ਦਾ ਨਾਮ ਹੈਗਾ ਜੀ ਗੌਰਵ ਬੰਸ। ਉਹਨਾਂ ਨੇ ਲਿਖੀ ਹੈ ਵੀ ਇਹਨੂੰ ਡਿਸਮਿਸ ਕਰਕੇ ਇਹਦੇ ਤੇ ਪਰਚਾ ਦਰਜ ਕੀਤਾ ਜਾਵੇ। ਕਾਰਨ ਕੀ ਕਿਉਂ ਕਿਹਾ ਜਾ ਰਿਹਾ? ਕਾਰਨ ਇਹ ਆ ਵੀ ਇੱਥੇ ਜਿਹੜਾ ਇਹ ਐਸਐਚਓ ਹੈ ਇਹ ਨਸ਼ੇ ਦਾ ਧੰਦਾ ਕਰ ਰਿਹਾ ਹੈਗਾ, ਨਸ਼ੇ ਵਿਕਾ ਰਿਹਾ। ਸਾਰੇ ਪੰਜਾਬ ਦੇ ਵਿੱਚ ਨਸ਼ੇ ਇੱਥੋਂ ਸੰਗਤ ਤੋਂ ਜਾਂਦੀ ਹੈਗੀ, ਔਰ ਉਹਦਾ ਕਰਕੇ ਸਰਪੰਚਾਂ ਨੇ ਦੁਖੀ ਮਨ ਦੇ ਨਾਲ ਮੈਨੂੰ ਆਪਦੀ ਸਰਕਾਰ ਦੇ ਵਿਰੁੱਧ ਬੋਲਣਾ ਪੈਂਦਾ। ਦੇਖੋ ਕੈਪਟਨ ਸਾਹਿਬ ਨੇ ਬਹੁਤ ਵਧੀਆ ਕੰਮ ਕੀਤੇ ਆ, 70-80% ਨਸ਼ਾ ਪੰਜਾਬ ਦੇ ਵਿੱਚ ਘਟ ਗਿਆ। ਉਹਦੇ 'ਚ ਕੈਪਟਨ ਸਾਹਿਬ ਦਾ ਕੀ ਕਸੂਰ ਆ, ਜਾਂ ਨਵਜੋਤ ਦਾ, ਜਾਂ ਸਾਡੀ ਹਾਈ ਕਮਾਂਡ ਦਾ ਕੀ ਕਸੂਰ ਆ? ਜਿਹੜਾ ਸੈਕੰਡ ਨੰਬਰ ਦਾ ਲੀਡਰ ਆ, ਸੈਕੰਡ ਨੰਬਰ ਦਾ ਵਜ਼ੀਰ ਆ, ਜਦੋਂ ਉਹੀ ਜਾਂ ਉਹਦਾ ਮੁੰਡਾ ਹੀ ਨਸ਼ਾ ਵਿਕਾਈ ਜਾਂਦਾ ਸਾਰੇ ਪੰਜਾਬ ਦੇ ਵਿੱਚ, ਉੱਥੇ ਉਹੀ ਕਰਨ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਗਈ ਜੀ। ਆ ਸਾਰੇ ਹੁਣ ਜਿਹੜਾ ਏਮਜ਼ ਆ, ਏਮਜ਼ ਦੇ ਵਿੱਚ ਇਹਨੇ ਆਪਣਾ ਕਬਜ਼ਾ ਕੀਤਾ। ਉੱਥੇ ਲਗਭਗ ਇਹਨੇ 200 ਕਰੋੜ ਰੁਪਇਆ ਏਮਜ਼ ਚੋਂ ਕਮਾਇਆ। ਇਹਨੇ ਤੇਰੇ ਨਾਲ ਜਿਹੜੇ ਬੰਦੇ ਆ, ਮਨਪ੍ਰੀਤ ਬਾਦਲ ਨੇ ਜੀ, ਮਨਪ੍ਰੀਤ ਬਾਦਲ ਇਹਦਾ ਮੁੰਡਾ ਹੋ ਗਿਆ, ਇਹਦਾ ਸਾਲਾ ਹੋ ਗਿਆ। ਇਹ ਸਾਡੇ ਏਮਜ਼ ਇੱਥੇ ਬਣਿਆਗਾ, ਨਵਾਂ ਬਣਿਆ, ਮੇਰੇ ਹਲਕੇ 'ਚ ਪੈਂਦਾ। ਇਹ ਲਗਭਗ 1000 ਕਰੋੜ ਦੀ ਲਾਗਤ ਨਾਲ ਬਣਿਆਗਾ। ਰੇਤਾ ਬਜਰੀ ਸਪਲਾਈ ਸਾਰਾ ਇਹਨਾਂ ਨੇ ਉੱਥੇ ਆਪਣੇ ਕੀਤਾਗਾ ਜੀ। ਫਿਰ ਮੇਰੇ ਹਲਕੇ ਦੇ ਵਿੱਚ ਮੇਰੇ ਹਲਕੇ ਦੇ ਵਿੱਚ ਦੋ, ਇੱਕ ਭਿੱਸੀਆਂ ਨੇ, ਇੱਕ ਵਿਰਕਲਾ। ਅੱਛਾ, ਉੱਥੇ ਇਹ ਆਪਣੇ 2 ਹਵਾਈ ਅੱਡੇ ਨੇ, ਉੱਥੇ ਸਾਰਾ ਮਾਲ ਇਹਨਾਂ ਦਾ ਜਾਂਦਾਗਾ। ਮੇਰੇ ਹਲਕੇ ਜਿਹੜੀ ਸੈਂਟਰ ਯੂਨੀਵਰਸਿਟੀ ਆ, ਉੱਥੇ ਸਾਰਾ ਮਾਲ ਇਹ ਸਪਲਾਈ ਕਰਦੇ ਆ। ਮੇਰੇ ਹਲਕੇ ਜਿਹੜੇ ਇਹ ਆਪਣੇ 3 ਡਿਪੂ ਆ, ਤੇਲ ਦੇ ਡਿਪੂ, ਇੰਡੀਅਨ ਆਇਲ ਦਾ, HP ਦਾ ਬਣਿਆ, ਜੱਸੀਪੋ ਵਾਲੀ, ਇੱਕ ਭਾਰਤ ਪੈਟਰੋਲੀਅਮ ਦਾ ਬਣਿਆ ਪਿਆ। ਉੱਥੇ ਲਗਭਗ 1000 ਗੱਡੀ ਤੇਲ ਉੱਥੋਂ ਭਰਦੀ ਆ। ਔਰ ਇਹਨਾਂ ਦੇ ਬੰਦੇ ਇਹਨਾਂ ਨੂੰ ਉੱਥੇ ਵੱਡੇ ਵੱਡੇ ਨੌਰੇ ਬਣਾ ਰੱਖੇ ਆ। ਔਰ 1000 ਗੱਡੀ 'ਚੋਂ ਲਗਭਗ 50 ਲੀਟਰ 100 ਲੀਟਰ ਹਰ ਗੱਡੀ ਉੱਥੋਂ ਤੇਲ ਕੱਢ ਕੇ ਜਾਂਦੀ ਆ। ਮੈਂ SSP ਸਾਹਿਬ ਨੂੰ ਬਹੁਤ ਵਾਰੀ ਦੱਸਿਆਗਾ, SSP ਵੀ ਨਾਲ ਰਲੇ ਵੇ ਇਹਨਾਂ ਦੇ। ਮੈਂ ਤਾਂ ਬੇਨਤੀ ਕਰੂੰਗਾ ਸਾਡੀ ਪੰਜਾਬ ਸਰਕਾਰ ਨੂੰ, SSP ਨੂੰ ਡਿਸਮਿਸ ਕਰੋ, ਬਠਿੰਡੇ ਦੇ SSP ਨੂੰ ਡਿਸਮਿਸ ਕਰੋ, ਨਾਲ ਜਿਹੜਾ SHO ਉਹਨੂੰ ਡਿਸਮਿਸ ਕਰੋ। ਇਹਨਾਂ ਨੂੰ ਲੰਮੇ ਪਾ ਲਓ, ਸਾਰਾ ਦੱਸ ਦੇਣਗੇ ਇਹ ਕੀ ਕੁਝ ਜਾਂਦਾ ਇੱਥੇ। ਤੇ ਮਨਪ੍ਰੀਤ ਬਾਦਲ ਦੇ ਮੁੰਡੇ ਦਾ ਨਾਮ ਵੀ ਤੁਸੀਂ ਲਿਆ, ਅਰਜੁਨ, ਉਹਦਾ ਕੀ ਰੋਲ ਹੈ ਇਹਦੇ 'ਚ? ਇਹ ਸਾਰਾ ਕਾਰੋਬਾਰ ਜੀ ਅਰਜਨ ਬਾਦਲ ਨੇ ਸੰਭਾਲ ਰੱਖਿਆਗਾ। ਜਿਹੜਾ ਇੱਥੇ ਢੋਆ ਢਵਾਈ ਦੇ ਟੈਂਡਰ ਹੁੰਦੇ, ਜਿੰਨੇ ਵੀ ਕੰਮ ਹੁੰਦੇ ਸਾਰੇ, ਆਹੋ ਜਿਹੜਾ ਆਪਣਾ ਥਰਮਲ ਆ, ਚਲੋ ਆਪਣੇ ਥਰਮਲ ਵੇਚਤਾ ਇਹਨਾਂ ਨੇ, 164 ਕਰੋੜ ਦਾ ਟੈਂਡਰ ਆ। ਉਹਦੇ 'ਚੋਂ ਪਤਾ ਨਹੀਂ ਮਨਪ੍ਰੀਤ ਕੋਈ 30 ਕਰੋੜ ਕਹਿੰਦਾ, ਕੋਈ 35 ਕਰੋੜ ਕਹਿੰਦਾ, ਪਹਿਲਾਂ ਲੈ ਗਿਆ। ਫਿਰ ਜਿਹੜਾ ਉਹ ਟੈਂਡਰ ਆ, ਉਹ ਟੈਂਡਰ ਵੀ ਆਪਦੇ ਬੰਦੇ ਨੂੰ ਦਵਾਤਾ। 120 ਰੁਪਏ ਕੁਇੰਟਲ ਉੱਥੋਂ ਮਾਲ ਚੱਕਦੇ, ਸਕ੍ਰੈਪ ਚੱਕਦੇ ਆ। ਅੱਛਾ, ਟਰੱਕਾਂ ਵਾਲਿਆਂ ਨੂੰ ਦਿੰਦੇ ਆ 60 ਰੁਪਏ, ਉਹ ਵਿਚਾਰੇ ਟਰੱਕ ਵਾਲੇ ਭੁੱਖੇ ਵਰਦੇ ਆ ਸਾਰੇ। ਆਹ ਹਾਲਾਤ ਬਠਿੰਡੇ ਸ਼ਹਿਰ ਦੇ ਵਿੱਚ ਨੇ। ਹੁੱਕਾ ਬਾਰ ਚਲਾ ਰੱਖੇ ਆ, ਮਸਾਜ ਸੈਂਟਰ ਚਲਾ ਰੱਖੇ ਹੈਗੇ। ਚਲੋ ਬਠਿੰਡੇ ਸ਼ਹਿਰ ਬਾਰੇ ਤਾਂ ਮੈਂ ਵੀ ਬਠਿੰਡੇ ਦਾ ਵਸਿੰਦਾ ਗਾ। ਮੈਂ ਸ਼ਹਿਰ ਵਾਲਿਆਂ ਨੂੰ ਕਿਸੇ ਦਿਨ ਲੈ ਕੇ ਨਾ 150 ਬੰਦੇ ਨੂੰ ਬਠਿੰਡੇ ਸ਼ਹਿਰ ਬਾਰੇ ਵੀ ਦੱਸਾਂਗੇ, ਕਿਉਂਕਿ ਮੈਂ ਸ਼ਹਿਰ ਦਾ ਰਹਿਣ ਵਾਲਾ। ਇੱਕ ਉੱਥੋਂ ਆ ਗਿਆ ਗਾ ਫਿਰੋਜ਼ਪੁਰ ਤੋਂ ਉੱਠ ਕੇ, ਇੱਕ ਮੁਕਤਸਰ ਤੋਂ ਉੱਠ ਕੇ ਆ ਗਿਆ ਗਾ। ਸਾਡੇ ਬਠਿੰਡੇ ਸ਼ਹਿਰ ਨੂੰ ਟੁੱਟੀ ਜਾਂਦੇ ਆ। ਇਹਨਾਂ ਦਾ ਹਾਲ ਮੈਂ ਤੁਹਾਨੂੰ ਦੱਸ ਦਿੰਦਾ। ਹੁਣ ਇਹ ਲੋਕਾਂ ਦੇ ਘਰਾਂ 'ਚ ਵੜਦੇ ਹੱਥ ਬੰਨ੍ਹ ਕੇ, ਜਿੰਨਾ ਆਪਦਾ ਟੱਬਰ ਆ ਇਹਨਾਂ ਨੇ ਸਾਰਾ ਬਠਿੰਡੇ ਤੇ ਲਾਤਾ। ਹੁਣ ਕਾਰਨ ਕਿਉਂ ਲਾਇਆਗਾ? ਮਨਪ੍ਰੀਤ ਬਾਦਲ ਟਿਕਟ ਮੰਗਦਾ ਸੀ ਮੇਰਾ ਇਹ ਆਪਣੇ ਜਲੰਧਰ ਕੈਂਟ ਤੋਂ, ਫਿਰ ਇਹ ਧਰਮਕੋਟ ਤੇ ਆ ਗਿਆ, ਫਿਰ ਕੋਟਕਪੂਰੀ ਤੇ ਆ ਗਿਆ, ਫਿਰ ਮੁਕਤਸਰ ਤੇ ਆ ਗਿਆ, ਫਿਰ ਗਿੱਦੜਬਾਹੇ ਤੇ ਆ ਗਿਆ, ਫਿਰ ਮੌੜ ਤੇ। ਸਾਰੇ ਪਾਸੇ ਜਵਾਬ ਮਿਲ ਗਿਆ। ਫਿਰ ਇਹ ਹਾਈ ਕਮਾਂਡ ਨੂੰ ਕਹਿੰਦਾ ਮੈਨੂੰ 5 ਟਿਕਟਾਂ ਦੇ ਦਿਓ। ਫਿਰ ਉਦੋਂ ਬਾਅਦ 5 ਤੋਂ ਇਹ ਆ ਗਿਆ 3 ਟਿਕਟਾਂ ਤੇ, ਇੱਕ ਸ਼ਹਿਰੀ ਦੇ ਦਿਓ, ਇੱਕ ਦਿਹਾਤੀ ਦੇ ਦਿਓ, ਗਿੱਦੜਬਾਹਾ ਦੇ ਦਿਓ। ਹਾਈ ਕਮਾਂਡ ਕਹਿੰਦੀ ਵੀ ਤੇਰਾ ਆਪਦਾ ਹਲਕਾ ਨੈਗੇਟਿਵ ਆ, ਤੈਨੂੰ ਟਿਕਟ ਨਹੀਂ ਮਿਲਣੀ ਇੱਥੋਂ, ਤੂੰ ਪਹਿਲਾਂ ਆਪਦੇ ਹਲਕੇ ਦਾ ਸੁਧਾਰ ਕਰ। ਹੁਣ ਸਾਰੇ ਟੱਬਰ ਨੂੰ ਲੈ ਕੇ ਲੋਕਾਂ ਦੇ ਘਰਾਂ 'ਚ ਵੜਦਾ ਧੱਕੇ ਨਾਲ, ਲੋਕਾਂ ਦੇ ਨਿਆਣੇ ਵੀ ਚੱਕੀ ਫਿਰਦਾ ਗਾ। ਉਹਦੇ ਨਾਲ ਹੁਣ ਲੋਕ ਬਠਿੰਡੇ ਦੇ ਬਹੁਤ ਸਿਆਣੇ ਆ। ਮੈਨੂੰ ਲੱਗਦਾ ਵੀ ਇਹਨਾਂ ਦਾ ਗਦਾਫੀ ਵਾਲਾ ਹਾਲ ਕਰੂਗਾ। ਲੋਕ ਕੁੱਟ ਕੇ ਮਾਰ ਦੇਣਗੇ। ਆ 2 ਮਹੀਨੇ ਸਰਕਾਰ ਦੇ ਦਿੰਦੇ ਆ ਲੋਕ, ਤਾਂ ਇਹਨਾਂ ਨੂੰ ਕਿਸੇ ਨੇ ਵੜ ਨਹੀਂ ਦੇਣਾ ਇੱਥੇ ਜ਼ਿਲ੍ਹੇ ਦੇ ਵਿੱਚ। ਬਾਕੀ ਮੈਂ ਇੱਕ ਹੋਰ, ਮੈਂ ਦੇਖੋ ਇਹਨਾਂ ਰੱਬ ਤੋਂ ਡਰਨਾ ਚਾਹੀਦਾ ਇਹਨਾਂ ਨੂੰ। ਇੱਥੇ ਇੱਕ ਆਪਣੇ ਗਵਰਨਰ ਹੁੰਦਾ ਸੀ, ਸੁਰਿੰਦਰ ਨਾਥ ਹੁੰਦਾ ਸੀ ਗਵਰਨਰ ਪੰਜਾਬ ਦਾ, 1991 ਤੋਂ 1994 ਤੱਕ ਰਿਹਾ ਉਹ। ਔਰ ਅੱਤਵਾਦ ਦੇ ਦੌਰਾਨ ਜਿਹੜਾ ਪੈਸਾ ਉਹਨੇ ਬਹੁਤ ਲੁੱਟਿਆ, ਕਰੋੜਾਂ ਰੁਪਈਆ ਆਪਦੇ ਘਰੇ ਇੱਥੇ ਇਕੱਠਾ ਕਰ ਲਿਆ। ਗਵਰਨਰ ਦਾ ਰਾਜ ਸੀਗਾ। ਇੱਥੋਂ ਉਹ ਲੈ ਕੇ ਹਵਾਈ ਜਹਾਜ਼ ਤੇ ਜਾਂਦਾ ਸੀ ਆਪਦੇ, ਉਹਦਾ ਇੱਧਰ ਉਹ ਆਪਣੇ ਸੀ ਮੰਡੀ ਕੋਲੇ ਸੀਗਾ ਉਹਦਾ ਸ਼ਹਿਰ ਹਿਮਾਚਲ 'ਚ, ਔਰ ਉਹਦਾ ਹਵਾਈ ਜਹਾਜ਼ ਕ੍ਰੈਸ਼ ਹੋ ਗਿਆ। ਸਾਰੇ ਪਰਿਵਾਰ ਦੇ ਚੀਥੜੇ ਹੋ ਗਏ। ਔਰ ਨੋਟ ਸੀ, ਕਰੋੜਾਂ ਰੁਪਈਆ ਸੀ, ਉਹ ਕੋਈ 40 ਕਰੋੜ ਕਹਿੰਦਾ, ਕਿੰਨੇ ਕਰੋੜ ਕਹਿੰਦਾ, ਸਾਰੇ ਖਿਲਰ ਗਏ ਉੱਥੇ ਮੰਡੀ ਦੇ ਵਿੱਚ। ਉਹ ਲੋਕਾਂ ਨੇ ਚੁਗੇ ਉੱਥੇ। ਮਤਲਬ ਕਿ ਆਹ ਹਾਲਾਤ ਵਾਹਿਗੁਰੂ ਤੋਂ ਡਰਨਾ ਚਾਹੀਦਾ। ਇਮਾਨਦਾਰੀ ਦਾ ਪੈਸੇ ਨਾਲ ਜਾਂਦਾ। ਆਹ ਜਿਹੜਾ ਪੈਸਾ ਲੋਕਾਂ ਨੂੰ ਲੁੱਟ ਕੇ, ਨਸ਼ਾ ਵਿਕਾ ਕੇ ਨਾਲ ਨਹੀਂ ਜਾਂਦਾ। ਹੋਰ ਤੁਹਾਨੂੰ ਦੱਸਦਿਆਂ ਮੈਂ, ਇਹਨੇ ਆਪਦੇ ਬਾਦਲ ਪਿੰਡ ਜਿੰਨੇ ਨੌਕਰ ਰੱਖੇ ਵੇ, ਇਹਦੇ ਸਾਰੇ ਨੌਕਰਾਂ ਦੀ ਤਨਖਾਹ ਸਰਕਾਰੀ ਖਜ਼ਾਨੇ 'ਚੋਂ ਜਾਂਦੀ ਹੈ। ਤਨਖਾਹ ਨਹੀਂ ਦਿੰਦਾ ਉਹਨਾਂ ਨੂੰ। ਕਦੇ ਉਹਨਾਂ ਨੂੰ ਦੇਤਾ ਲੈ ਤੇਰੇ ਬੱਚੇ ਨੇ ਫੀਸਾਂ ਚੱਕ, ਲੱਖ ਰੁਪਈਆ ਭਰਦੇ, ਆਹ ਤੇਰਾ ਪਿਓ ਬਿਮਾਰਾ ਚੱਕ, ਲੱਖ ਰੁਪਈਆ ਭਰਦਾ, ਉਹਨਾਂ ਨੂੰ ਚੱਕ ਦੇਤੇ। ਸਾਰਿਆਂ ਨੂੰ ਚੱਕ ਵੰਡੀ ਜਾਂਦਾ, ਪੰਜਾਬ ਦਾ ਪੈਸਾ ਬਰਬਾਦ ਕਰੀ ਜਾਂਦਾ ਗਾ। ਸ਼ਹਿਰ ਦੇ ਵਿੱਚ ਜਿਹੜੀਆਂ ਅਨਰਜਿਸਟਰਡ ਕਲੱਬ ਬਣੇ ਆ, ਸੁਸਾਇਟੀਆਂ ਬਣੀਆਂ, ਉਹਨਾਂ ਨੂੰ ਵੀ ਪੈਸਾ ਲੁਟਾਈ ਜਾਂਦਾ ਗਾ।
ਸਾਰਾ ਧਨ ਪੰਜਾਬ ਦਾ ਬਰਬਾਦ ਕਰੀ ਜਾਂਦਾਗਾ। ਹੋਰ ਤੁਹਾਨੂੰ ਦੱਸਦਾ ਮੈਂ, ਪੰਜਾਬ ਦੀਆਂ ਸੜਕਾਂ ਆਰਡੀਐਫ ਫੰਡ ਚੋਂ ਜਿਹੜੀਆਂ ਬਣਦੀਆਂ ਗਈਆਂ, ਪੰਜਾਬ ਦੀਆਂ ਸੜਕਾਂ ਬਣਾਉਣ ਵਾਸਤੇ ਸੈਂਟਰ ਨੇ ਹਜ਼ਾਰਾਂ ਕਰੋੜ ਦੀ ਆਫਰ ਕੀਤੀ ਸੀ। ਉਹਦੇ 'ਚ ਕੁਝ ਜਿਹੜਾ ਸ਼ੇਅਰ ਹੁੰਦਾ ਪੰਜਾਬ ਦਾ ਹੁੰਦਾਗਾ, ਔਰ ਮਨਪ੍ਰੀਤ ਬਾਦਲ ਨੇ ਉਹਦੀ ਡਿਮਾਂਡ ਨਹੀਂ ਕੀਤੀ। ਉਹਦੀ ਡਿਮਾਂਡ ਨਹੀਂ ਕੀਤੀ। ਜਦੋਂ ਆਪਣੇ ਸੀਐਮ ਸਾਹਿਬ ਨੇ ਬੁਲਾ ਕੇ ਪੁੱਛਿਆ ਵੀ ਤੂੰ ਯਾਰ ਵੀ ਡਿਮਾਂਡ ਕਿਉਂ ਨਹੀਂ ਕੀਤੀ, ਪੰਜਾਬ ਦੀਆਂ ਸੜਕਾਂ ਬਣ ਜਾਂਦੀਆਂ ਤਾਂ ਹਜ਼ਾਰਾਂ ਕਰੋੜ ਪੰਜਾਬ ਕੋਲੇ ਆ ਜਾਂਦਾ, ਸੈਂਟਰ ਦਾ ਕੁਝ ਆਪਾਂ ਪਾ ਲੈਂਦੇ। ਕਹਿੰਦਾ ਜੀ ਜਿਹੜੇ ਮੰਤਰੀ ਨੇ ਪੈਸਾ ਲਾਉਣਾ ਸੀ ਉਹ ਮੰਤਰੀ ਕਰਪਟ ਆ। ਫਿਰ ਸੀਐਮ ਸਾਹਿਬ ਇਹਦੇ ਗਲ ਪਏ। ਇਸੇ ਤਰ੍ਹਾਂ ਹੀ ਜਿਹੜਾ ਆਪਣੇ ਸ਼ਹਿਰਾਂ ਦੇ ਵਿਕਾਸ ਵਾਸਤੇ ਫੰਡ ਆਇਆ ਸੀ, ਅਰਬਾਂ ਰੁਪਈਆ ਆਇਆ ਸੀਗਾ, ਔਰ ਉਹਦੇ ਚੋਂ 11% ਦੂਰ ਕੀਤਾ, 99% ਪੈਸਾ ਉਹ ਵਾਪਸ ਹੋ ਗਿਆ ਪਿਛਲੇ ਸਾਲ। ਕਾਰਨ ਕੀ ਸੀ? ਇਹ ਸਰਕਾਰ ਨੇ ਉਹਦੀਆਂ ਪਾਲਿਸੀਆਂ ਨਹੀਂ ਬਣਾਈਆਂ, ਉਹਦੀਆਂ ਕੋਈ ਪਲੈਨਿੰਗ ਨਹੀਂ ਸੀ। ਅੱਛਾ, ਪਲੈਨਿੰਗ ਕਿਹਨੇ ਬਣਾਉਣੀਆਂ ਸੀ? ਇਹਨੇ ਬਣਾਉਣੀਆਂ ਸੀ, ਇਹ ਪਲੈਨਿੰਗ ਮਿਨਿਸਟਰ ਸੀਗਾ। ਪਾਲਿਸੀਆਂ ਕਿਹਨੇ ਬਣਾਉਣੀਆਂ ਸੀ? ਇਹਨੇ ਬਣਾਉਣੀਆਂ ਸੀ। ਇੱਕ ਕੇਲਿਆਂ ਦੀ ਰੇਹੜੀ ਵਾਲਾ ਬੰਦਾ ਨਾ, ਉਹਨੂੰ ਪਤਾ ਵੀ ਮੈਂ ਘਰ ਕਿਵੇਂ ਚਲਾਉਣਾਗਾ। ਇੱਕ ਕੇਲਿਆਂ ਦੀ ਰੇਹੜੀ ਵਾਲਾ ਇਦੋਂ ਵਧੀਆ ਖਜ਼ਾਨਾ ਚਲਾਊਗਾ। ਇਹੋ ਜਿਹੇ ਬੰਦੇ ਨੂੰ ਚੱਕ ਕੇ ਖਜ਼ਾਨੇ ਤੋਂ ਬਾਹਰ ਮਾਰਨਾ ਚਾਹੀਦਾਗਾ। ਇਹ ਤਾਂ ਹਾਈ ਕਮਾਂਡ ਪਤਾ ਨਹੀਂ ਸਾਡੀ ਕਿਉਂ ਚੁੱਪ ਆ ਗਈ, ਔਰ ਬਹੁਤ ਵੱਡਾ ਲਾਸ ਕਾਂਗਰਸ ਦਾ ਹੋਊਗਾ। 8.5-10 ਸੀਟਾਂ ਦੇ ਬਹੁਤ ਵੱਡਾ ਲਾਸ ਹੋ ਰਿਹਾ ਕਾਂਗਰਸ ਦਾ। ਸਾਰਾ ਮਾਮਲਾ ਜਿਹੜਾ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਹੈਗਾ, ਤੁਸੀਂ ਪਹਿਲਾਂ ਪ੍ਰੋਟੈਸਟ ਵੀ ਕੀਤਾ ਸੀ, ਉਸ ਤੋਂ ਬਾਅਦ ਕੋਈ ਸੰਗਿਆਨ ਲਿਆ, ਕੋਈ ਮੁਲਾਕਾਤ ਹੋਈ ਜਾਂ ਕੋਈ ਗੱਲਬਾਤ ਅੱਗੇ? ਨਹੀਂ, ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ। ਆਹ ਹੁਣ ਜਿਹੜਾ ਇਹਨੇ ਦੁਬਾਰੇ ਇੱਥੇ ਨਸ਼ਾ ਜ਼ਿਆਦਾ ਵਧਾਤਾ ਕੰਮ, ਹੁਣ ਅਸੀਂ ਦੁਬਾਰੇ ਫਿਰ ਇਹ ਮੁੱਦਾ ਚੁੱਕਿਆਗਾ। ਔਰ ਜਿਹੜੇ ਸਰਪੰਚ ਆ ਸਾਡੇ, ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜੀਆਂ 2-4 ਬੱਸਾਂ ਭਰ ਕੇ ਸਾਨੂੰ ਜਾਣੀਆਂ ਪਈਆਂ ਸੀਐਮ ਹਾਊਸ, ਅਸੀਂ ਉੱਥੇ ਵੀ ਜਾਵਾਂਗੇ, ਨਵਜੋਤ ਜੀ ਨੂੰ ਮਿਲਾਂਗੇ, ਔਰ ਸਾਰੇ ਇਹਦੇ ਕਾਰਨਾਮੇ ਨੰਗੇ ਕਰਾਂਗੇ। ਬਾਕੀ ਅਸੀਂ ਸੋਰੀਆਂ ਜਦੋਂ ਪ੍ਰਿੰਕਾ ਜੀ ਨੂੰ ਟਾਈਮ ਮੰਗ ਰਹੇ ਆ, ਤੇ ਜੇ ਸਾਨੂੰ ਉਹਨਾਂ ਤੋਂ ਟਾਈਮ ਮਿਲ ਗਿਆ ਤਾਂ ਸਾਰੀਆਂ ਗੱਲਾਂ ਦੱਸ ਕੇ ਆਵਾਂਗੇ ਉੱਥੇ। ਤੁਸੀਂ ਹੋਰਡਿੰਗ ਲਾਉਣ ਦੀ ਗੱਲ ਕਰ ਰਹੇ ਸੀ, ਹੋਰਡਿੰਗ ਕਿਸ ਤਰੀਕੇ ਦੇ ਲਾਣੇ, ਜਿਹੜੇ ਹੋਰਡਿੰਗ ਕਿਉਂ ਲਾਉਣੇ? ਹੋਲਡਿੰਗ ਮੈਂ ਨਹੀਂ ਲਾਉਣੇ ਜੀ, ਹੋਲਡਿੰਗ ਪਿੰਡਾਂ ਦੇ ਸਰਪੰਚ ਲਾਉਣਗੇ। ਉਹਨਾਂ ਸਰਪੰਚਾਂ ਨੇ ਮੈਨੂੰ ਆਹ ਲੈਟਰ ਲਿਖ ਕੇ ਮੈਨੂੰ ਨਹੀਂ ਦਿੱਤੀ, ਸੀਐਮ ਸਾਹਿਬ ਨੂੰ ਵੀ ਦਿੱਤੀ ਆ, ਸਾਰਿਆਂ ਨੂੰ ਦਿੱਤੀ ਆ। ਉਹਦੇ ਤੇ ਜਿਹੜੇ ਨਾਂ ਹੋਣਗੇ, ਮਨਪ੍ਰੀਤ ਬਾਦਲ ਦੀ ਫੋਟੋ ਹੋਊ, ਇਹਦੇ ਮੁੰਡੇ ਦੀ ਫੋਟੋ ਹੋਊ, ਡੀਜੀਪੀ ਸਾਹਿਬ ਦੀ ਫੋਟੋ ਹੋਊ, ਐਸਐਸਪੀ ਬਠਿੰਡੇ ਦੀ ਫੋਟੋ ਹੋਊ, ਔਰ ਜਿਹੜਾ ਐਸਐਚਓ ਬਕਾਰ ਹੈ ਗੌਰਵ ਬੰਸ ਦੀ ਫੋਟੋ ਹੋਊ। ਉੱਥੇ ਲਿਖਿਆ ਹੋਊਗਾ ਵੀ ਆਹ ਬੰਦੇ ਸਾਡੇ ਇੱਥੇ ਹਲਕੇ 'ਚ, ਸਾਡੇ ਪੰਜਾਬ 'ਚ ਨਸ਼ੇ ਦੇ ਕਾਰੋਬਾਰ ਆਹ ਬੰਦੇ ਕਰਦੇ ਆ, ਬਿਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ। ਪਟੀਸ਼ਨ ਦੀ ਵੀ ਗੱਲ ਚਿੱਠੀ ਲਿਖੀ ਹੋਈ ਹੈ, ਇਹਦੇ 'ਚ ਲਿਖਿਆ, ਅਸੀਂ ਸਰਪੰਚਾਂ ਨੇ ਲਿਖਿਆਗਾ ਵੀ ਜੇ ਤੇ ਨਾ ਹੋਇਆ ਤਾਂ ਉਹ ਬਹੁਤ ਜਲਦੀ ਹਾਈ ਕੋਰਟ ਜਾਣਗੇ, ਔਰ ਹਾਈ ਕੋਰਟ ਜਾ ਕੇ ਇਸ ਮਸਲੇ ਦਾ ਆਪਣੇ ਮਤਲਬ ਉਹਨਾਂ ਨੂੰ ਕਹਿਣਗੇ ਹਾਈ ਕੋਰਟ ਨੂੰ ਵੀ ਸਾਡੇ ਨਸ਼ਾ ਵਿਕਰੇ ਦਾ ਹੱਲ ਕਰੋ। ਔਰ ਇਹ ਮੈਂ ਫਿਰ ਦੁਬਾਰੇ ਕਹੂੰਗਾ, ਮੈਂ ਹਾਈ ਕਮਾਂਡ ਨੂੰ ਫਿਰ ਕਹੂੰਗਾ, ਐਸਐਸਪੀ ਨੂੰ ਤੇ ਐਸਐਚਓ ਨੂੰ ਡਿਸਮਿਸ ਕਰ ਦਿਓ, ਲੰਬੇ ਪਾਲੋ ਦੋਵਾਂ ਨੂੰ, ਇਹਨਾਂ ਨੂੰ ਇਹ ਸਾਰਾ ਦੱਸ ਦੇਣਗੇ, ਇਹ ਸਾਰਾ ਦੱਸ ਦੇਣਗੇ ਕਿੱਥੋਂ ਨਸ਼ਾ ਆਉਂਦਾ ਕਿੱਥੇ ਜਾਂਦਾਗਾ। ਆਖਰੀ ਸਵਾਲ ਹੈ ਹਰਵਿੰਦਰ ਜੀ, ਤੁਸੀਂ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਆਵਾਜ਼ ਚੁੱਕ ਰਹੇ ਹੋ, ਪਰ ਜਿਸ ਤਰੀਕੇ ਨਾਲ ਗਤੀਵਿਧੀਆਂ ਮਨਪ੍ਰੀਤ ਬਾਦਲ ਨੇ ਸ਼ਹਿਰ 'ਚ ਵਧਾਈਆਂ, ਜਾਂ ਕਿਤੇ ਚਾਹ ਬਣਾ ਰਹੇ ਆ, ਲੋਕਾਂ ਚਾਹ ਪੀ ਰਹੇ ਆ, ਘਰ ਘਰ ਜਾ ਰਹੇ ਆ, ਉਧਰ ਤੁਸੀਂ ਆਵਾਜ਼ ਚੁੱਕ ਰਹੇ ਹੋ, ਤੁਹਾਨੂੰ ਲੱਗਦਾ ਹੈ ਕਿ ਇਹ ਸਾਰੀ ਰਿਪੋਰਟ ਹਾਈ ਕਮਾਂਡ ਦੇ ਧਿਆਨ ਦੇ ਵਿੱਚ ਜਲਦੀ ਆਵੇ ਤੇ ਲੱਗਦਾ ਤੁਹਾਨੂੰ ਇਨਸਾਫ ਮਿਲੂਗਾ, ਇਹ 'ਚ ਕੋਈ ਕਾਰਵਾਈ ਹੋ ਸਕਦੀ? ਦੇਖੋ ਜੀ, ਸਾਡੀ ਜਿਹੜੀ ਹਾਈ ਕਮਾਂਡ ਹੈ ਐਤਕੀ ਜਿਹੜੀਆਂ ਟਿਕਟਾਂ ਦੇਣੀਆਂ ਉਹ ਬੜੇ, ਦੇਖੋ ਮੈਨੂੰ ਜੋ ਪਤਾ ਲੱਗਿਆ 38% 38% ਐਮਐਲਏ ਦੀਆਂ, ਹਲਕਾ ਇੰਚਾਰਜਾਂ ਦੀਆਂ, ਮੰਤਰੀਆਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਮਨਪ੍ਰੀਤ ਵੀ ਵਿੱਚ ਆਉਂਦਾ ਉਹਦੇ, ਇਹਨੂੰ ਆਪਦੀ ਟਿਕਟ ਨਹੀਂ ਮਿਲਣੀਗੀ। ਔਰ ਜਿਹੜਾ ਹਾਈ ਕਮਾਂਡ ਦੇ ਸਾਰਾ ਕੁਝ ਇਹ ਧਿਆਨ ਦੇ ਵਿੱਚ ਹੈਗਾ, ਸਾਰੇ ਸਰਵੇ ਵਗੈਰਾ ਹੋ ਰਹੇ ਨੇ, ਹਾਈ ਕਮਾਂਡ ਅੱਡ ਕਰਾ ਰਹੀ ਆ, ਨਵਜੋਤ ਜੀ ਅੱਡ ਕਰਾ ਰਿਹਾ, ਸੀਐਮ ਸਾਹਿਬ ਅੱਡ ਕਰਾ ਰਹੇ ਆ। ਔਰ ਜਿਹੜੇ ਇਹ ਕਦੇ ਚਾਹ ਬਣਾਉਂਦਾ, ਕਦੇ ਇਹਦੇ, ਮੈਂ ਤੁਹਾਨੂੰ ਪਹਿਲੇ ਮਖੌਟਾ ਪਾਇਆ, ਇਹ ਮਖੌਟਾ ਪਾਇਆ ਹੈਗਾ, ਦੋ ਮੂੰਹ ਹੈ ਇਹਦੇ, ਇੱਕ ਦਿਖਾਉਣ ਵਾਸਤੇ, ਇੱਕ ਹੋਰ। ਸਭ ਤੋਂ ਜ਼ਿਆਦਾ ਕਹਿੰਦਾ ਵੀ ਮੇਰੇ ਕੋਲੇ ਗਨਮੈਨ ਨਹੀਂ ਲੈਂਦਾ ਮੈਂ, ਤੇ ਮੈਂ ਕੋਈ ਗਨਮੈਨ ਨਹੀਂ ਰੱਖਦਾ, ਮੈਂ ਕੋਈ ਗੱਡੀ ਨਹੀਂ ਲੈਂਦਾ। ਮੁੱਖ ਮੰਤਰੀ ਤੋਂ ਵੱਧ ਗਨਮੈਨ ਆ, ਤੁਸੀਂ ਆਰਟੀ ਐਕਟ ਰਾਹੀਂ ਕਢਾ ਕੇ ਦੇਖ ਲਓ ਆਪਦੇ। ਇਹਦੇ ਦਿੱਲੀ ਕਿੰਨੇ ਗਨਮੈਨ ਹੈਗੇ ਰੱਖੇ ਵੇ ਕਰੇ ਨੇ, ਚੰਡੀਗੜ੍ਹ ਕਿੰਨੇ ਆ, ਬਾਦਲ ਪਿੰਡ ਕਿੰਨੇ ਆ। ਆ ਇਹਦਾ ਸਾਲਾ, ਮੈਂ ਉਹਦਾ ਨਾਂ ਤਾਂ ਲੈਣਾ ਨਹੀਂ ਚਾਹੁੰਦਾ ਸੀ, ਲਟੇਰਾ ਬੰਦਾ ਉਹ, ਇੱਕ ਜੋਜੋ ਆ, ਚਲੋ ਮੈਂ ਨਾਂ ਲੈ ਦਿੰਦਾ ਉਹਦਾ, ਪਰ ਮੈਂ ਉਹਦਾ ਇਹੋ ਜਿਹੇ ਕਮੀਨੇ ਬੰਦੇ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾਗਾ। ਉਹ ਬੰਦਾ ਸਾਰਾ ਲੁੱਟ ਕੇ ਖਾ ਗਿਆ। 3-4 ਗਨਮੈਨ ਉਹਨੂੰ ਦੇ ਰੱਖੇ ਹੈਗੇ ਹੈ, ਜਿਹੜੇ ਉਹ ਵਿੱਚ ਵਰਦੀ 'ਚ ਨਹੀਂ ਹੁੰਦੇਗੇ, ਉਹਨਾਂ ਦੇ ਅਸਲ ਸਾਰੇ ਹੈ ਪੁਲਿਸ ਦਾ ਬੰਦਾ। ਹੁਣ ਜਿਹੜਾ ਮਨਪ੍ਰੀਤ ਦੀ ਗੱਡੀ ਚਲਾਉਂਦਾ ਕੌਣ ਆ? ਉਹ ਮਨਪ੍ਰੀਤ ਦੀ ਗੱਡੀ ਚਲਾਉਂਦਾ ਇਕਬਾਲ ਆ। ਉਹ ਇਕਬਾਲ ਕੀ ਹੈਗਾ? ਅੱਛਾ, ਉਹ ਪੰਜਾਬ ਪੁਲਿਸ ਦਾ ਬੰਦਾ ਗਾ। ਲੋਕਾਂ ਨੂੰ ਸ਼ੋਅ ਕਰੂ, ਮੇਰੇ ਨਾਲ ਤਾਂ ਮੈਂ ਤਾਂ ਜੀ ਕੋਈ ਨਹੀਂ, ਮੈਂ ਤਾਂ ਦੇਖੋ ਸਿਵਲ ਕੱਪੜੇ 'ਚ, ਮੈਂ ਤਾਂ ਇਕੱਲਾ ਗੱਡੀ ਚਲਾਉਣਾ। ਇਹ ਸਾਰੇ ਇਹਦੇ ਰੂਪ ਆ ਦਿਖਾਉਣ ਵਾਲੇ। ਉਹ ਲੁਟੇਰਾ ਇਦੋਂ ਵੱਡਾ ਪੰਜਾਬ ਦਾ ਹੋਈ ਕੋਈ ਨਹੀਂ। ਪੰਜਾਬੀ ਨੂੰ, ਪੰਜਾਬ ਦੇ ਖਜ਼ਾਨੇ ਨੂੰ ਸਭ ਤੋਂ ਵੱਡੀ ਢਾਹ ਨੇ ਲਾਈ ਹੈਗੀ। ਤੁਹਾਨੂੰ ਲੱਗਦਾ ਕਿ ਜਗਰੂਪ ਗਿੱਲ ਦੇ ਜਾਣ ਨਾਲ ਵੀ ਲਾਸ ਹੋਇਆ ਕਾਂਗਰਸ ਪਾਰਟੀ? ਜਗਰੂਪ ਗਿੱਲ ਦੇ ਜਾਣ ਨਾਲ ਸਾਨੂੰ ਬਹੁਤ ਵੱਡਾ ਲਾਸ ਹੋਇਆ ਜੀ। ਬਹੁਤ ਵਧੀਆ ਬੰਦਾ ਸੀ ਉਹ, ਔਰ ਉਹ ਸਾਰਾ ਇਹਦੇ ਪੈਰੋਂ ਭੱਜਿਆਗਾ। ਖੁੜੀਆ ਸਾਹਿਬ ਗਏ ਆ, ਉਹ ਵੀ ਇਹਦੇ ਪੈਰੋਂ ਗਏ ਆ। ਸਾਡੇ ਆ 2-3, ਇੱਕ ਲਾਡੀ ਢੋਸੀ ਮੁੰਡਾ ਸਾਡੇ ਧਰਮਕੋਟ ਤੋਂ, ਉਹ ਆਮ ਪਾਰਟੀ ਸ਼ਾਮਲ ਹੋ ਗਿਆ।
ਇੱਕ ਖੇਮਕਰਨ ਤੋਂ ਸਾਡਾ ਸਾਡੇ ਨਾਲ ਪਹਿਲਾਂ ਪੀਪੀ ਹੁੰਦਾ ਸਰਵਣ ਸਿੰਘ ਧੁੰਨ ਕਾਂਗਰਸ ਆ ਗਿਆ ਸੀ, ਉਹ ਇਹਨੇ ਭਜਾਤਾ ਉਹਨੂੰ, ਉਹ ਵੀ ਆਮ ਆਦਮੀ ਜਾ ਵੜਿਆ। ਵੀ ਲੋਕ ਇਹਦੇ ਸਤਾਏ ਵੇ ਆ। ਹੁਣ ਜਿਹੜਾ ਆਪਦਾ ਇਹਦਾ ਖਾਸ ਬੰਦਾ ਸੀ ਜਗਵੀਰ ਸਿੰਘ ਬਰਾੜ, ਇਹਦੇ ਮਾਮੇ ਦਾ ਮੁੰਡਾ, ਉਹਦਾ ਮੈਨੂੰ ਪਤਾ ਲੱਗਿਆ ਵੀ ਉਹ ਵੀ ਅਕਾਲੀ ਦਲ 'ਚ ਜਾ ਰਹੇਗਾ। ਸਾਰੇ ਦੁਖੀ ਆ, ਸਾਰੀ ਕਾਂਗਰਸੇ ਤੋਂ ਦੁਖੀ ਆ। ਜਿੰਨਾ ਛੇਤੀ ਇਹਨੂੰ ਖਜ਼ਾਨਾ ਮੰਤਰੀ ਤੋਂ ਲਾ ਦੇਣਗੇ, ਕਾਂਗਰਸ ਚੋਂ ਕੱਢ ਦੇਣਗੇ, ਕਾਂਗਰਸ ਦਾ ਭਲਾ ਹੋ ਜਾਊਗਾ। ਤੇ ਨਹੀਂ ਕਾਂਗਰਸ ਇਹਦੇ ਹੁੰਦੇ ਕਾਂਗਰਸ ਤਰੱਕੀ ਨਹੀਂ ਕਰ ਸਕਦੀ। ਆ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ 8-10 ਸੀਟਾਂ ਤੇ ਤਾਂ ਬਹੁਤ ਭਾਰੀ ਸਾਡਾ ਨੁਕਸਾਨ ਹੋ ਜਾਂਦਾ ਗਾ। ਇੱਕ ਵਿਕਾਸ ਦੀ ਗੱਲ ਹੋਈ ਸੀ, ਕੋਈ 10 ਕਰੋੜ ਦੀ ਤੁਸੀਂ ਗੱਲ ਦੱਸਦੇ ਸੀ, ਉਹ ਵੀ ਅਸੀਂ ਚਾਹਾਂਗੇ, ਉਹ ਦੱਸੋ ਕੀ ਮਾਮਲਾ। ਮੇਰੀ ਜਿਹੜੀ ਲੜਾਈ ਹੈ ਜੀ ਇਹਦੇ ਨਾਲ, ਮੇਰੇ ਨਾਲ ਤਾਂ ਇਹਨੇ ਆਪਣੇ ਜਦੋਂ ਦੀ ਰਾਜੇ ਬੜਿੰਗ ਦੀ ਇਲੈਕਸ਼ਨ ਹੋਈ ਆ, ਬਸ ਮੈਨੂੰ ਕਹਿੰਦਾ ਸੀ ਵੀ ਤੂੰ ਇਹਦੀ 25-30 ਵੋਟ ਘਟਾ। ਜੇ ਮੈਂ ਵੋਟ ਘਟਾਉਂਦਾ, ਮੈਂ ਮਾਰਿਆ ਜਾਂਦਾ, ਮੈਨੂੰ ਚੱਕ ਕੇ ਹਲਕੇ ਤੋਂ ਬਾਹਰ ਕੱਢ ਦੇਣਾ ਸੀਗਾ। ਮੈਂ ਕਿਹਾ ਵੀ ਮੈਂ ਇਹ ਕੰਮ ਨਹੀਂ ਕਰ ਸਕਦਾ। ਫਿਰ ਇਹਨੇ ਇਹਦੇ ਨਾਲ ਇੱਕ ਮੁੰਡਾ ਉਹ ਆਪਣਾ ਹੈਗਾ ਭੋਲਾ, ਪਹਿਲਾਂ ਮੇਰੇ ਨਾਲ ਵੀ ਪੀਏ ਰਿਹਾ ਹੈਗਾ, ਫਿਰ ਉਹਨੂੰ ਲਾਤਾ ਇਹਨੇ। ਅੱਛਾ, ਉਹਨੇ ਪਿੰਡਾਂ ਦੇ ਵਿੱਚ ਗਰੁੱਪ ਬਣਾਉਣੇ ਸ਼ੁਰੂ ਕਰਤੇ। ਗਰੁੱਪ ਇਹਨਾਂ ਤੋਂ ਬਣਿਆ ਨਹੀਂਗਾ, ਇਸ ਕਰਕੇ ਰਾਜੇ ਬੜਿੰਗ ਦੀ ਵੋਟ ਬਰਾਬਰ ਜੇ ਆ ਗਈ, ਸਾਡੇ ਹਲਕੇ ਦੇ ਵਿੱਚ ਤਕਰੀਬਨ ਬਰਾਬਰ ਜੇ ਆ ਗਈ ਆ। ਬਸ ਮੇਰੇ ਨਾਲ ਤਾਂ ਉਦੋਂ ਦਾ ਇਹ ਨਾਰਾਜ਼ ਆ, ਉਦੋਂ ਨਾਰਾਜ਼ ਆ ਵੀ ਇਹਨੇ ਦਿਖਾਉਣਾ ਸੀਗਾ, ਉੱਤੇ ਦਿਖਾਉਣਾ ਸੀ, ਸੋਨੀਆ ਨੂੰ ਦਿਖਾਉਣਾ ਸੀ ਵੀ ਆਹ ਦੇਖੋ ਜੀ ਮੈਂ ਤਾਂ ਹਰਿਆ 20,000 ਤੇ ਰਾਜਾ ਬੜਿੰਗ ਹਾਰ ਗਿਆ ਲੱਖ ਵੋਟ ਤੇ। ਉਹ ਇਹਦੀ ਗੱਲ ਬਣੀ ਨਹੀਂ ਗੀ। ਦੇਖੋ 2014 ਦੇ ਵਿੱਚ ਮਨਪ੍ਰੀਤ ਆਪ ਚੋਣ ਲੜਿਆ ਬਠਿੰਡੇ ਤੋਂ, ਬਠਿੰਡੇ ਸ਼ਹਿਰ ਚੋਂ 32,000 ਵੋਟ ਵਧੀ ਸੀ ਮਨਪ੍ਰੀਤ ਬਾਦਲ ਦੀ। ਹੁਣ ਜਦੋਂ ਚੋਣ ਲੜਿਆ ਰਾਜਾ ਬੜਿੰਗ, ਰਾਜੇ ਬੜਿੰਗ ਦੀ 4,000 ਵੋਟ ਕੱਢਦੀ ਆ, ਉਹ 36,000 ਵੋਟ ਦਾ ਫਰਕ ਪੈ ਗਿਆ। ਕਿਉਂ ਫਰਕ ਪੈ ਗਿਆ? ਹੁਣ ਤਾਂ ਸਾਡੀ ਸਰਕਾਰ ਆ, ਉਦੋਂ ਸਾਡੀ ਸਰਕਾਰ ਵੀ ਹੈ ਨਹੀਂ ਸੀਗੀ। ਇਹ ਫਰਕ ਪਾਇਆ ਗਿਆ ਇਹਨੂੰ ਹਰਾਉਣ ਦੀ ਖਾਤਰ। ਵਿਕਾਸ ਕਾਰਜ ਜਿਹੜੇ ਮੇਰੇ ਹਲਕੇ ਦੇ ਸਰਪੰਚਾਂ ਨੂੰ ਬੁਲਾ ਕੇ ਜੀ ਤੁਸੀਂ ਐਸਟੀਮੇਟ ਦਿਓ, ਫਲਾਨਾ ਕਰੋ, ਆਹ ਕਰੋ, ਮੇਰੇ ਨੇ ਹਲਕੇ ਨੂੰ 5 ਪੈਸੇ ਨਹੀਂ ਦਿੱਤੇ ਗਏ। ਔਰ ਗੱਲਾਂ ਵੱਡੀਆਂ, ਲਾਡੀ ਸਾਹਿਬ ਲਿਆਓ 2 ਕਰੋੜ ਦੇ, ਫਿਰ ਕੋਈ 1 ਕਰੋੜ ਦੇ ਲਿਆ ਦਿਓ, ਬਸ ਕੱਲ੍ਹ ਨੂੰ ਚੈੱਕ ਲੈ ਜਾਓ, ਪਰਸੋਂ ਲੈ ਜਾਓ। 2 ਸਾਲ ਹੋ ਗਿਆ ਇਸ ਗੱਲਾਂ ਨੂੰ ਕਰਦਿਆਂ ਨੂੰ। ਔਰ ਮੁੜ ਕੇ ਉਹਨਾਂ ਸਰਪੰਚਾਂ ਨੂੰ ਕਹਿੰਦੇ ਐਸਟੀਮੇਟ ਲੈ ਲਿਆ ਉਹਨਾਂ ਤੋਂ, ਉਹਨਾਂ ਨੂੰ ਚੈੱਕ ਤਾਂ ਗਰੰਟਾਂ ਤਾਂ ਕੀ ਦੇਣੀਆਂ ਸੀ, ਉੱਤੇ ਜਾ ਕੇ ਸਾਡੇ ਹਲਕੇ ਦਾ 10 ਕਰੋੜ ਰੁਪਈਆ ਕਟਾਤਾ ਇਹਨੇ। ਮੈਂ ਆ ਜਾ ਕੇ ਪਿਛਲੇ 10 ਦਿਨ ਹੋ ਗਏ, ਮੈਂ CM ਆਫਿਸ ਗਿਆ ਸੀ, ਉੱਥੇ ਹੱਥ ਬੰਨ੍ਹ ਕੇ ਰਿਕੁਐਸਟ ਕਰਕੇ ਮੈਂ 10 ਕਰੋੜ ਰੁਪਈਆ ਹਲਕੇ ਨੂੰ ਪਵਾਏਗਾ। ਆਹ ਤਾਂ ਕੰਮ ਹੋਈ ਜਾਂਦੇ ਸਾਡੇ ਹਲਕੇ। ਮੈਂ ਇਸ ਕਰਕੇ ਬਲਕਿ ਬਹੁਤ ਵੱਡਾ ਨੁਕਸਾਨ ਕਾਂਗਰਸ ਦਾ ਹੋ ਰਿਹਾ ਇਹਦੀ ਵਜ੍ਹਾ ਕਰਕੇ। ਇਸ ਕਰਕੇ ਇਹ ਬਹੁਤ ਵੱਡੇ ਜਿਹੜੇ ਬਲਕਿ ਵੀ ਇਹ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ, ਤੇ ਇਹਨੂੰ ਬਲਕਿ ਵੀ ਪਾਰਟੀ ਚੋਂ ਬਾਹਰ ਕੱਢ ਦੇਣਾ ਚਾਹੀਦਾ, ਮੰਤਰੀ ਮੰਡਲ ਦਾ ਖੋਲ੍ਹ ਲੈਣਾ ਚਾਹੀਦਾ। ਸੋ ਸਨ ਦਿਹਾਤੀ ਕਾਂਗਰਸ, ਬਠਿੰਡਾ ਦਿਹਾਤੀ ਕਾਂਗਰਸ ਦੇ ਜਿਹੜੇ ਇੰਚਾਰਜ ਨੇ ਹਰਵਿੰਦਰ ਸਿੰਘ ਲਾਡੀ, ਜਿਨ੍ਹਾਂ ਨੇ ਮਨਪ੍ਰੀਤ ਬਾਦਲ ਦੇ ਉੱਤੇ ਆਰੋਪ ਲਾਇਆ ਤੇ ਕਿਹਾ ਕਿ ਵਿਕਾਸ ਕਾਰਜ ਦੇ ਨਾਲ ਪਰਸਨਲ ਵੀ ਰੰਜਿਸ਼ ਰੱਖੀ ਜਾ ਰਹੀ ਹੈ। ਤੇ ਇਹ ਸਾਰਾ ਮਾਮਲਾ ਜਿਹੜਾ ਹਾਈ ਕਮਾਂਡ ਦੇ ਧਿਆਨ 'ਚ ਲਿਆ ਜਾ ਰਿਹਾ। ਉਹਨਾਂ ਨਾਲੇ ਸਮਝ ਪਤਾ ਲੱਗੂਗਾ ਕਿ ਇਸ ਮਾਮਲੇ 'ਚ ਕੋਈ ਕਾਰਵਾਈ ਹੁੰਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਫਿਰ ਕੋਈ ਨਵੀਂ ਜਿਹੜੀ ਪ੍ਰੋਟੈਸਟ ਹੈਗਾ ਜਾਂ ਨਵਾਂ ਕੋਈ ਰੋਸ਼ ਹੈਗਾ ਹਰਵਿੰਦਰ ਸਿੰਘ ਲਾਡੀ ਵੱਲੋਂ ਦੇਖਣ ਨੂੰ ਮਿਲ ਸਕਦਾ ਹੈ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।